ओम शांति। ਅੱਜ ਸੁਣਦੇ ਹਾਂ ਬਾਬਾ ਦੇ 18 ਨਵੰਬਰ ਦੇ ਸਾਕਾਰਮਾ ਵਾਕਿਆ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਹੁਣ ਤੁਸੀਂ ਬੱਚੇ ਬਾਪ ਦੁਆਰਾ ਸੱਚੇ ਦੇਵਤਾ ਬਣ ਰਹੇ ਹੋ। ਇਸ ਲਈ ਸਤਜੁਗ ਵਿੱਚ ਸਤਸੰਗ ਕਰਨ ਦੀ ਜ਼ਰੂਰਤ ਨਹੀਂ। ਪ੍ਰਸ਼ਨ ਹੈ, ਸਤਜੁਗ ਵਿੱਚ ਦੇਵਤਾਵਾਂ ਤੋਂ ਕੋਈ ਵੀ ਵਿਕਰਮ ਨਹੀਂ ਹੋ ਸਕਦਾ, ਕਿਉਂ? ਉੱਤਰ, ਕਿਉਂਕਿ ਉਹਨਾਂ ਨੂੰ ਸੱਚੇ ਬਾਪ ਦਾ ਵਰਦਾਨ ਮਿਲਿਆ ਹੋਇਆ ਹੈ। ਵਿਕਰਮ ਉਦੋਂ ਹੁੰਦਾ ਹੈ ਜਦੋਂ ਰਾਵਣ ਦਾ ਸ਼ਰਾਪ ਮਿਲਣ ਲੱਗਦਾ ਹੈ। ਸਤਜੁਗ ਤ੍ਰੇਤਾ ਵਿੱਚ ਹੈ ਸਦਗਤੀ। ਉਸ ਸਮੇਂ ਦੁਰਗਤੀ ਦਾ ਨਾਂ ਨਹੀਂ, ਵਿਕਾਰ ਵੀ ਨਹੀਂ। ਜੋ ਵਿਕਰਮ ਹੋਣ, ਦੁਆਪਰ ਕਲਯੁਗ ਵਿੱਚ ਸਭ ਦੀ ਦੁਰਗਤੀ ਹੋ ਜਾਂਦੀ ਹੈ। ਇਸ ਲਈ ਵਿਕਰਮ ਹੁੰਦੇ ਰਹਿੰਦੇ ਨੇ। ਇਹ ਵੀ ਸਾਰੀਆਂ ਸਮਝਣ ਦੀਆਂ ਗੱਲਾਂ ਨੇ। ਓਮ ਸ਼ਾਂਤੀ। ਮਿੱਠੇ ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਬੈਠ ਸਮਝਾਉਂਦੇ ਨੇ। ਇਹ ਸੁਪਰੀਮ ਬਾਪ ਵੀ ਹੈ, ਸੁਪਰੀਮ ਟੀਚਰ ਵੀ ਹੈ, ਸੁਪਰੀਮ ਸਤਿਗੁਰੂ ਵੀ ਹੈ। ਬਾਪ ਦੀ ਇਸ ਤਰ੍ਹਾਂ ਦੀ ਮਹਿਮਾ ਦੱਸਣ ਨਾਲ ਆਟੋਮੈਟਿਕਲੀ ਸਿੱਧ ਹੋ ਜਾਂਦਾ ਹੈ ਕਿ ਕ੍ਰਿਸ਼ਨ ਕਿਸੇ ਦਾ ਬਾਪ ਹੋ ਨਹੀਂ ਸਕਦਾ। ਉਹ ਤਾਂ ਛੋਟਾ ਬੱਚਾ ਸਤਜੁਗ ਦਾ ਪ੍ਰਿੰਸ ਹੈ। ਉਹ ਟੀਚਰ ਵੀ ਨਹੀਂ ਹੋ ਸਕਦਾ। ਖੁਦ ਹੀ ਬੈਠ ਕੇ ਟੀਚਰ ਕੋਲ ਪੜ੍ਹਦੇ ਨੇ। ਗੁਰੂ ਤਾਂ ਉੱਥੇ ਹੁੰਦਾ ਹੀ ਨਹੀਂ, ਕਿਉਂਕਿ ਸਭ ਸਦਗਤੀ ਵਿੱਚ ਨੇ। ਅੱਧਾ ਕਲਪ ਹੈ ਸਦਗਤੀ, ਅੱਧਾ ਕਲਪ ਹੈ ਦੁਰਗਤੀ, ਤਾਂ ਉੱਥੇ ਹੈ ਸਦਗਤੀ। ਇਸ ਲਈ ਗਿਆਨ ਦੀ ਉੱਥੇ ਲੋੜ ਨਹੀਂ ਰਹਿੰਦੀ, ਨਾਮ ਵੀ ਨਹੀਂ ਹੈ, ਕਿਉਂਕਿ 21 ਜਨਮਾਂ ਦੇ ਲਈ ਸਦਗਤੀ ਮਿਲ ਜਾਂਦੀ ਹੈ। ਫਿਰ ਦੁਆਪਰ ਤੋਂ ਕਲਯੁਗ ਅੰਤ ਤੱਕ ਦੁਰਗਤੀ। ਫਿਰ ਕ੍ਰਿਸ਼ਨ ਦੁਆਪਰ ਵਿੱਚ ਕਿਵੇਂ ਆ ਸਕਦਾ, ਇਹ ਵੀ ਕਿਸੇ ਨੂੰ ਧਿਆਨ ਵਿੱਚ ਨਹੀਂ ਆਉਂਦਾ। ਇੱਕ ਇੱਕ ਗੱਲ ਵਿੱਚ ਬਹੁਤ ਹੀ ਗਹਿਰੇ ਰਾਜ ਭਰੇ ਹੋਏ ਨੇ, ਜੋ ਸਮਝਣੇ ਬਹੁਤ ਜ਼ਰੂਰੀ ਹੈ। ਉਹ ਸੁਪਰੀਮ ਬਾਪ ਸੁਪਰੀਮ ਟੀਚਰ ਹੈ। ਅੰਗਰੇਜ਼ੀ ਵਿੱਚ ਸੁਪਰੀਮ ਕਿਹਾ ਜਾਂਦਾ ਹੈ। ਅੰਗਰੇਜ਼ੀ ਅਕਸ਼ਰ ਕੁਝ ਚੰਗੇ ਹੁੰਦੇ ਨੇ, ਜਿਵੇਂ ਡਰਾਮਾ ਅੱਖਰ ਹੈ। ਡਰਾਮਾ ਨੂੰ ਨਾਟਕ ਨਹੀਂ ਕਹਾਂਗੇ। ਨਾਟਕ ਵਿੱਚ ਤਾਂ ਐਕਟਰ ਅਦਲੀ ਬਦਲੀ ਹੋ ਸਕਦੇ ਨੇ। ਇਹ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਇੰਜ ਕਹਿੰਦੇ ਨੇ, ਪਰੰਤੂ ਕਿੱਦਾਂ ਫਿਰਦਾ ਹੈ? ਹੂ ਬਹੂ ਫਿਰਦਾ ਹੈ ਜਾਂ ਚੇਂਜ ਹੁੰਦੀ ਹੈ, ਇਹ ਕਿਸੇ ਨੂੰ ਪਤਾ ਨਹੀਂ। ਕਹਿੰਦੇ ਨੇ ਬਣੀ ਬਣਾਈ ਬਣ ਰਹੀ। ਜ਼ਰੂਰ ਕੋਈ ਖੇਡ ਹੈ ਜੋ ਫਿਰ ਤੋਂ ਚੱਕਰ ਖਾਂਦਾ ਰਹਿੰਦਾ ਹੈ। ਇਸ ਚੱਕਰ ਵਿੱਚ ਮਨੁੱਖਾਂ ਨੂੰ ਹੀ ਚੱਕਰ ਲਗਾਉਣਾ ਪੈਂਦਾ ਹੈ। ਅੱਛਾ, ਇਸ ਚੱਕਰ ਦੀ ਉਮਰ ਕਿੰਨੀ ਹੈ? ਕਿਸ ਤਰ੍ਹਾਂ ਰਿਪੀਟ ਹੁੰਦਾ ਹੈ? ਇਸ ਨੂੰ ਫਿਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ? ਇਹ ਕੋਈ ਨਹੀਂ ਜਾਣਦੇ। ਇਸਲਾਮੀ ਬੋਧੀ ਆਦਿ ਸਭ ਨੇ ਆਪਣੇ ਆਪਣੇ ਘਰਾਣੇ ਦੇ, ਜਿਨ੍ਹਾਂ ਦਾ ਡਰਾਮਾ ਵਿੱਚ ਪਾਰਟ ਹੈ। ਤੁਸੀਂ ਬ੍ਰਾਹਮਣਾਂ ਦੀ ਡਿਨਾਇਸਟੀ ਨਹੀਂ ਹੈ, ਤੁਹਾਡਾ ਹੈ ਬ੍ਰਾਹਮਣ ਕੁਲ। ਸਰਵੋਤਮ ਬ੍ਰਾਹਮਣ ਕੁਲ ਕਿਹਾ ਜਾਂਦਾ ਹੈ। ਦੇਵੀ ਦੇਵਤਾਵਾਂ ਦਾ ਵੀ ਕੁਲ ਹੈ। ਇਹ ਤਾਂ ਸਮਝਾਣਾ ਬਹੁਤ ਸੌਖਾ ਹੈ। ਸੁਖਮ ਵਤਨ ਵਿੱਚ ਫਰਿਸ਼ਤੇ ਰਹਿੰਦੇ ਨੇ, ਉੱਥੇ ਹੱਡੀ ਮਾਸ ਹੁੰਦਾ ਨਹੀਂ। ਦੇਵਤਾਵਾਂ ਨੂੰ ਤਾਂ ਹੱਡੀ ਮਾਸ ਹੈ ਹੀ ਨਹੀਂ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਵਿਸ਼ਨੂੰ ਦੀ ਨਾਭੀ ਕਮਲ ਤੋਂ ਬ੍ਰਹਮਾ ਕਿਵੇਂ ਵਿਖਾਇਆ ਹੈ? ਸੁਖਮ ਵਤਨ ਵਿੱਚ ਤਾਂ ਇਹ ਗੱਲਾਂ ਹੁੰਦੀਆਂ ਨਹੀਂ ਨਾ। ਜਵਾਹਰਾਤ ਆਦਿ ਹੋ ਸਕਦੇ ਨੇ। ਇਸ ਲਈ ਬ੍ਰਹਮਾ ਨੂੰ ਸਫੇਦ ਪੋਸ਼ਧਾਰੀ ਬ੍ਰਾਹਮਣ ਵਿਖਾਇਆ ਹੈ। ਬ੍ਰਹਮਾ ਸਾਧਾਰਨ ਮਨੁੱਖ ਬਹੁਤ ਜਨਮਾਂ ਦੇ ਅੰਤ ਵਿੱਚ ਗਰੀਬ ਹੋਇਆ ਨਾ। ਇਸ ਸਮੇਂ ਨੇ ਖਾਦੀ ਦੇ ਕੱਪੜੇ। ਉਹ ਵਿਚਾਰੇ ਸਮਝਦੇ ਨਹੀਂ ਕਿ ਸੁਖਮ ਸਰੀਰ ਕੀ ਹੁੰਦਾ ਹੈ। ਤੁਹਾਨੂੰ ਬਾਪ ਸਮਝਾਉਂਦੇ ਨੇ। ਉੱਥੇ ਨੇ ਫਰਿਸ਼ਤੇ, ਜਿਨ੍ਹਾਂ ਨੂੰ ਹੱਡੀ ਮਾਸ ਨਹੀਂ ਹੁੰਦਾ। ਸੁਖਮ ਵਤਨ ਵਿੱਚ ਇਹ ਸ਼ਿੰਗਾਰ ਆਦਿ ਤਾਂ ਹੋਣਾ ਨਹੀਂ ਚਾਹੀਦਾ, ਪਰੰਤੂ ਚਿੱਤਰਾਂ ਵਿੱਚ ਸਮਝਾਇਆ ਹੈ ਤਾਂ ਉਸਦਾ ਵੀ ਸਾਖਸ਼ਾਤਕਾਰ ਕਰਾ ਕੇ ਫਿਰ ਅਰਥ ਸਮਝਾਉਂਦੇ ਨੇ। ਜਿਵੇਂ ਹਨੂਮਾਨ ਦਾ ਸਾਖਸ਼ਾਤਕਾਰ ਕਰਾਉਂਦੇ ਨੇ। ਹੁਣ ਹਨੂਮਾਨ ਵਰਗਾ ਕੋਈ ਮਨੁੱਖ ਹੁੰਦਾ ਨਹੀਂ। ਭਗਤੀ ਮਾਰਗ ਵਿੱਚ ਕਈ ਤਰ੍ਹਾਂ ਦੇ ਚਿੱਤਰ ਬਣਾਏ ਨੇ, ਜਿਨ੍ਹਾਂ ਦਾ ਜਿਸ ਵਿੱਚ ਵਿਸ਼ਵਾਸ ਹੋ ਗਿਆ, ਉਹਨਾਂ ਨੂੰ ਅਜਿਹਾ ਕੁਝ ਬੋਲੋ ਤਾਂ ਵਿਗੜ ਪੈਂਦੇ ਨੇ। ਦੇਵੀਆਂ ਆਦਿ ਦੀ ਕਿੰਨੀ ਪੂਜਾ ਕਰਦੇ ਨੇ, ਫਿਰ ਪੂਜਾ ਕਰਕੇ ਉਸ ਨੂੰ ਡੋਬ ਵੀ ਦਿੰਦੇ ਨੇ। ਇਹ ਸਭ ਨੇ ਭਗਤੀ ਮਾਰਗ ਦੇ ਦਲਦਲ ਵਿੱਚ ਗਲੇ ਤੱਕ ਡੁੱਬੇ ਪਏ ਨੇ। ਫਿਰ ਕੱਢ ਕਿਵੇਂ ਸਕਾਂਗੇ? ਕੱਢਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੋਈ ਤਾਂ ਹੋਰਾਂ ਨੂੰ ਕੱਢਣ ਦੇ ਨਿਮਿਤ ਬਣ ਖੁਦ ਹੀ ਡੁੱਬ ਜਾਂਦੇ ਨੇ। ਖੁਦ ਗਲੇ ਤੱਕ ਡੁੱਬਣ ਵਿੱਚ ਫਸਦੇ, ਮਤਲਬ ਕਾਮ ਵਿਕਾਰ ਵਿੱਚ ਡਿੱਗ ਪੈਂਦੇ ਨੇ। ਇਹ ਹੈ ਸਭ ਤੋਂ ਵੱਡੀ ਡੁੱਬਣ। ਸਤਜੁਗ ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਹੁਣ ਤੁਸੀਂ ਸੱਚੇ ਬਾਪ ਦੁਆਰਾ
ਸੱਚੇ ਦੇਵਤਾ ਬਣ ਰਹੇ ਹੋ, ਫਿਰ ਉੱਥੇ ਸਤਸੰਗ ਹੁੰਦਾ ਨਹੀਂ। ਸਤ ਸੰਗ ਇੱਥੇ ਭਗਤੀ ਮਾਰਗ ਵਿੱਚ ਕਰਦੇ ਰਹਿੰਦੇ ਨੇ, ਸਮਝਦੇ ਨੇ ਸਭ ਈਸ਼ਵਰ ਦੇ ਰੂਪ ਨੇ, ਕੁਝ ਵੀ ਨਹੀਂ ਸਮਝਦੇ। ਬਾਪ ਬੈਠ ਸਮਝਾਉਂਦੇ ਨੇ ਕਲਯੁਗ ਵਿੱਚ ਸਭ ਪਾਪ ਆਤਮਾਵਾਂ, ਸਤਯੁਗ ਵਿੱਚ ਨੇ ਪੁੰਨ ਆਤਮਾਵਾਂ। ਰਾਤ ਦਿਨ ਦਾ ਫਰਕ ਹੈ, ਹੁਣ ਤੁਸੀਂ ਸੰਗਮ ਤੇ ਹੋ। ਕਲਯੁਗ ਤੇ ਸਤਯੁਗ ਦੋਨਾਂ ਨੂੰ ਜਾਣਦੇ ਹੋ, ਮੂਲ ਗੱਲ ਹੈ ਇਸ ਤੋਂ ਪਾਰ ਹੋ ਉਸ ਪਾਰ ਜਾਣ ਦੀ। ਸੀਰ ਸਾਗਰ ਤੋਂ ਵਿਸ਼ੇ ਸਾਗਰ ਦਾ ਗਾਇਨ ਹੈ, ਪਰ ਅਰਥ ਕੁਝ ਨਹੀਂ ਸਮਝਦੇ। ਹੁਣ ਬਾਪ ਬੈਠ ਕਰਮ ਅਕਰਮ ਦਾ ਰਾਜ ਸਮਝਾਉਂਦੇ ਨੇ। ਕਰਮ ਤਾਂ ਮਨੁੱਖ ਕਰਦੇ ਹੀ ਨੇ, ਫਿਰ ਕੋਈ ਕਰਮ ਅਕਰਮ ਹੁੰਦੇ ਨੇ, ਕੋਈ ਵੀ ਕਰਮ ਹੁੰਦੇ ਹੈ। ਰਾਵਣ ਰਾਜ ਵਿੱਚ ਸਾਰੇ ਕਰਮ ਵਿਕਰਮ ਹੋ ਜਾਂਦੇ ਨੇ। ਸਤਯੁਗ ਵਿੱਚ ਵਿਕਰਮ ਹੁੰਦਾ ਨਹੀਂ, ਕਿਉਂਕਿ ਉੱਥੇ ਹੈ ਰਾਮ ਰਾਜ। ਬਾਪ ਕੋਲੋਂ ਵਰਦਾਨ ਪਾਇਆ ਹੋਇਆ ਹੈ। ਰਾਵਣ ਦਿੰਦਾ ਹੈ ਸ਼ਰਾਪ, ਇਹ ਸੁੱਖ ਦੁੱਖ ਦਾ ਖੇਡ ਹੈ ਨਾ। ਦੁੱਖ ਵਿੱਚ ਸਭ ਬਾਪ ਨੂੰ ਯਾਦ ਕਰਦੇ ਨੇ, ਸੁੱਖ ਵਿੱਚ ਕੋਈ ਯਾਦ ਨਹੀਂ ਕਰਦਾ, ਉੱਥੇ ਵਿਕਾਰ ਹੁੰਦੇ ਨਹੀਂ। ਬੱਚਿਆਂ ਨੂੰ ਸਮਝਾਇਆ ਹੈ ਸੈਪਲਿੰਗ ਲਗਾਉਂਦੇ ਹਾਂ। ਇਹ ਸੈਪਲਿੰਗ ਲਗਾਉਣ ਦਾ ਰਸਮ ਵੀ ਹੁਣੇ ਪਈ ਹੈ। ਬਾਪ ਨੇ ਸੈਪਲਿੰਗ ਲਗਾਉਣਾ ਸ਼ੁਰੂ ਕੀਤਾ। ਅੱਗੇ ਜਦੋਂ ਬ੍ਰਿਟਿਸ਼ ਗਵਰਨਮੈਂਟ ਸੀ, ਕਦੇ ਅਖਬਾਰ ਵਿੱਚ ਨਹੀਂ ਆਉਂਦਾ ਸੀ ਕਿ ਝਾੜਾਂ ਦੀ ਸੈਪਲਿੰਗ ਲਗਾਉਂਦੇ ਹਾਂ। ਹੁਣ ਬਾਪ ਬੈਠ ਦੇਵੀ ਦੇਵਤਾ ਧਰਮ ਦਾ ਸੈਪਲਿੰਗ ਲਗਾਉਂਦੇ ਨੇ, ਹੋਰ ਕੋਈ ਸੈਪਲਿੰਗ ਨਹੀਂ ਲਗਾਉਂਦੇ। ਬਹੁਤ ਧਰਮ ਨੇ, ਦੇਵੀ ਦੇਵਤਾ ਧਰਮ ਹੀ ਪ੍ਰਾਇਲੋਪ ਹੋ ਗਿਆ। ਧਰਮ ਭ੍ਰਸ਼ਟ ਕਰਮ ਭ੍ਰਸ਼ਟ ਹੋਣ ਦੇ ਕਾਰਨ ਉਲਟਾ ਸੁਲਟਾ ਲਿਖ ਦਿੱਤਾ। ਜੋ ਦੇਵਤਾ ਧਰਮ ਦੇ ਨੇ ਉਹਨਾਂ ਨੂੰ ਫਿਰ ਉਸੇ ਦੇਵੀ ਦੇਵਤਾ ਧਰਮ ਵਿੱਚ ਹੀ ਆਉਣਾ ਹੈ। ਹਰ ਇੱਕ ਨੂੰ ਆਪਣੇ ਧਰਮ ਵਿੱਚ ਹੀ ਆਉਣਾ ਹੈ। ਕ੍ਰਿਸਚਨ ਧਰਮ ਦਾ ਨਿਕਲ ਕੇ ਫਿਰ ਦੇਵੀ ਦੇਵਤਾ ਧਰਮ ਵਿੱਚ ਆ ਨਹੀਂ ਸਕਦਾ, ਮੁਕਤੀ ਤਾਂ ਹੋ ਹੀ ਨਹੀਂ ਸਕਦੀ। ਹਾਂ, ਕੋਈ ਦੇਵੀ ਦੇਵਤਾ ਧਰਮ ਦਾ ਕਨਵਰਟ ਹੋ ਕੇ ਕ੍ਰਿਸਚਨ ਧਰਮ ਵਿੱਚ ਚਲਾ ਗਿਆ ਹੋਵੇਗਾ ਤਾਂ ਵਾਪਸ ਆਪਣੇ ਦੇਵੀ ਦੇਵਤਾ ਧਰਮ ਵਿੱਚ ਸਮੇਂ ਅਨੁਸਾਰ ਆ ਜਾਵੇਗਾ। ਉਹਨਾਂ ਨੂੰ ਇਹ ਗਿਆਨ ਤੇ ਯੋਗ ਬਹੁਤ ਚੰਗਾ ਲੱਗੇਗਾ। ਇਸ ਤੋਂ ਸਿੱਧ ਹੁੰਦਾ ਹੈ ਇਹ ਆਪਣੇ ਧਰਮ ਦਾ ਹੈ। ਇਸ ਵਿੱਚ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ, ਸਮਝਣ ਦੀ ਤੇ ਸਮਝਾਉਣ ਦੀ। ਧਾਰਨਾ ਕਰਨੀ ਹੈ, ਕਿਤਾਬ ਪੜ੍ਹ ਕੇ ਨਹੀਂ ਸੁਣਾਣੀ। ਜਿਵੇਂ ਕੋਈ ਗੀਤ ਸੁਣਾਉਂਦੇ ਨੇ, ਮਨੁੱਖ ਬੈਠ ਕੇ ਸੁਣਦੇ ਨੇ। ਕਈ ਤਾਂ ਗੀਤਾ ਦੇ ਸ਼ਲੋਕ ਇੱਕਦਮ ਯਾਦ ਕਰ ਲੈਂਦੇ ਨੇ, ਬਾਕੀ ਇਹਨਾਂ ਦਾ ਅਰਥ ਹਰ ਇੱਕ ਆਪਣਾ ਆਪਣਾ ਬੈਠ ਸੁਣਾਉਂਦੇ ਨੇ। ਸ਼ਲੋਕ ਸਾਰੇ ਸੰਸਕ੍ਰਿਤ ਵਿੱਚ ਨੇ। ਇੱਥੇ ਤਾਂ ਗਾਇਨ ਹੈ, ਸਾਗਰ ਦੀ ਸਿਆਹੀ ਬਣਾ ਦਿਓ, ਸਾਰਾ ਜੰਗਲ ਕਲਮ ਬਣਾ ਦਿਓ, ਤਾਂ ਵੀ ਗਿਆਨ ਦਾ ਅੰਤ ਨਹੀਂ ਹੁੰਦਾ। ਗੀਤਾ ਤਾਂ ਬਹੁਤ ਛੋਟੀ ਹੈ, 18 ਅਧਿਆਏ ਨੇ। ਐਨੀ ਛੋਟੀ ਗੀਤਾ ਬਣਾ ਕੇ ਗਲੇ ਵਿੱਚ ਪਾਉਂਦੇ ਨੇ। ਬਹੁਤ ਪਤਲੇ ਅੱਖਰ ਹੁੰਦੇ ਨੇ, ਗਲੇ ਵਿੱਚ ਪਾਉਣ ਦੀ ਆਦਤ ਹੁੰਦੀ ਹੈ। ਕਿੰਨਾ ਛੋਟਾ ਲਾਕਟ ਬੰਦਾ ਹੈ, ਅਸਲ ਵਿੱਚ ਹੈ ਸੈਕਿੰਡ ਦੀ ਗੱਲ। ਬਾਪ ਦਾ ਬਣਿਆ ਜਿਵੇਂ ਕਿ ਵਿਸ਼ਵ ਦਾ ਮਾਲਿਕ ਬਣਿਆ। ਬਾਬਾ ਮੈਂ ਤੁਹਾਡਾ ਇੱਕ ਦਿਨ ਦਾ ਬੱਚਾ ਹਾਂ, ਅਜਿਹਾ ਵੀ ਲਿਖਣਾ ਸ਼ੁਰੂ ਕਰਨਗੇ। ਇੱਕ ਦਿਨ ਵਿੱਚ ਨਿਸ਼ਚੈ ਹੋਇਆ, ਝੱਟ ਨਾਲ ਪੱਤਰ ਲਿਖਣਗੇ। ਬੱਚਾ ਬਣਿਆ ਤਾਂ ਹੀ ਵਿਸ਼ਵ ਦਾ ਮਾਲਿਕ ਹੋਇਆ। ਇਹ ਵੀ ਕਿਸੇ ਦੀ ਬੁੱਧੀ ਵਿੱਚ ਮੁਸ਼ਕਿਲ ਬੈਠਦਾ ਹੈ। ਤੁਸੀਂ ਵਿਸ਼ਵ ਦੇ ਮਾਲਿਕ ਬੰਦੇ ਹੋ ਨਾ, ਉੱਥੇ ਹੋਰ ਕੋਈ ਖੰਡ ਨਹੀਂ ਹੁੰਦਾ। ਨਾਮ ਨਿਸ਼ਾਨ ਗੁੰਮ ਹੋ ਜਾਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਰਹਿੰਦਾ ਇਹ ਵੀ ਖੰਡ ਨੇ। ਜੇਕਰ ਸਨ ਤਾਂ ਜ਼ਰੂਰ ਉਹਨਾਂ ਦੀ ਹਿਸਟਰੀ ਜੀਓਗ੍ਰਾਫੀ ਚਾਹੀਦੀ ਹੈ, ਉੱਥੇ ਇਹ ਹੁੰਦੇ ਹੀ ਨਹੀਂ। ਇਸ ਲਈ ਕਿਹਾ ਜਾਂਦਾ ਹੈ ਤੁਸੀਂ ਵਿਸ਼ਵ ਦੇ ਮਾਲਿਕ ਬਣਨ ਵਾਲੇ ਹੋ। ਬਾਬਾ ਨੇ ਸਮਝਾਇਆ ਮੈਂ ਤੁਹਾਡਾ ਬਾਪ ਵੀ ਹਾਂ, ਗਿਆਨ ਦਾ ਸਾਗਰ ਵੀ ਹਾਂ। ਇਹ ਬਹੁਤ ਉੱਚੇ ਤੇ ਉੱਚਾ ਗਿਆਨ ਹੈ ਜਿਸ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਸਾਡਾ ਬਾਪ ਸੁਪਰੀਮ ਹੈ, ਸਤ ਬਾਪ ਹੈ, ਸਤ ਟੀਚਰ ਹੈ। ਸਤ ਸੁਣਾਉਂਦੇ ਨੇ, ਬੇਹੱਦ ਦੀ ਸਿੱਖਿਆ ਦਿੰਦੇ ਨੇ। ਬੇਹੱਦ ਦਾ ਗੁਰੂ ਹੈ, ਸਭ ਦੀ ਸਦਗਤੀ ਕਰਦੇ ਨੇ। ਇੱਕ ਦੀ ਮਹਿਮਾ ਕੀਤੀ ਤਾਂ ਉਹ ਮਹਿਮਾ ਕਿਸੇ ਹੋਰ ਦੀ ਹੋ ਨਹੀਂ ਸਕਦੀ। ਫਿਰ ਆਪਣੇ ਆਪ ਸਮਾਨ ਬਣਾਵੇ ਤਾਂ ਹੋ ਸਕਦਾ ਹੈ। ਤਾਂ ਤੁਸੀਂ ਵੀ ਪਤਿਤ ਪਾਵਨ ਠਹਿਰੇ। ਸਤ ਨਾਮ ਲਿਖਦੇ ਨੇ। ਪਤਿਤ ਪਾਵਨੀ ਗੰਗਾਵਾਂ ਇਹ ਮਾਤਾਵਾਂ ਨੇ। शिव शक्तियां कहो, शिववंशी कहो। शिववंशी ब्रह्मा कुमार कुमारियां, शिववंशी ਤਾਂ ਸਾਰੇ ਹੀ ਨੇ। ਬਾਕੀ ਬ੍ਰਹਮਾ ਦੁਆਰਾ ਰਚਨਾ ਰਚਦੇ ਨੇ ਸੰਗਮ ਤੇ। ਬ੍ਰਹਮਾ ਕੁਮਾਰ ਕੁਮਾਰੀਆਂ ਹੁੰਦੇ ਨੇ, ਬ੍ਰਹਮਾ ਦੁਆਰਾ ਅਡਾਪਟ ਕਰਦੇ ਨੇ। ਪਹਿਲੇ ਹੁੰਦੇ ਨੇ ਬ੍ਰਹਮਾ ਕੁਮਾਰ ਕੁਮਾਰੀਆਂ। ਕੋਈ ਵੀ ਇਤਰਾਜ਼ ਕਰਦੇ ਨੇ ਉਸ ਨੂੰ ਬੋਲੋ
ਇਹ ਪ੍ਰਜਾਪਿਤਾ ਹੈ। ਇਹਨਾਂ ਵਿੱਚ ਪ੍ਰਵੇਸ਼ ਕਰਦੇ ਨੇ। ਬਾਪ ਕਹਿੰਦੇ ਨੇ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਵਿਖਾਉਂਦੇ ਨੇ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ। ਅੱਛਾ, ਫਿਰ ਵਿਸ਼ਨੂੰ ਕਿਸ ਦੀ ਨਾਭੀ ਤੋਂ ਨਿਕਲਿਆ? ਉਸ ਵਿੱਚ ਐਰੋ ਦਾ ਨਿਸ਼ਾਨ ਦੇ ਸਕਦੇ ਹੋ। ਦੋਵੇਂ ਓਤ ਪ੍ਰੋਤ ਨੇ, यानी ब्रह्मा सो विष्णु, विष्णु सो ब्रह्मा। ਉਹ ਉਸ ਸਮੇਂ ਤੋਂ ਪੈਦਾ ਹੋਇਆ। ਇਹਨਾਂ ਨੂੰ ਲੱਗਦਾ ਹੈ 1 ਸੈਕਿੰਡ। ਵਿਸ਼ਨੂੰ ਬਣਨ ਵਿੱਚ ਲੱਗਦਾ ਹੈ 1 ਸੈਕਿੰਡ ਤੇ ਇਹਨਾਂ ਨੂੰ ਬ੍ਰਹਮਾ ਬਣਨ ਵਿੱਚ ਲੱਗਦੇ ਨੇ 5000 ਵਰੇ। ਇਹ ਵੰਡਰਫੁਲ ਗੱਲਾਂ ਨੇ ਨਾ, ਤੁਸੀਂ ਬੈਠ ਸਮਝਾਓਗੇ। ਬਾਪ ਕਹਿੰਦੇ ਨੇ ਇਹ ਲక్ష్ਮੀ ਨਾਰਾਇਣ 84 ਜਨਮ ਲੈਂਦੇ ਨੇ। ਫਿਰ ਇਹਨਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਪ੍ਰਵੇਸ਼ ਕਰ ਇਹ ਬਣਾਉਂਦਾ ਹਾਂ। ਇਹ ਸਾਰੀਆਂ ਸਮਝਣ ਦੀਆਂ ਗੱਲਾਂ ਨੇ। ਬੈਠੋ ਤਾਂ ਸਮਝਾਈਏ ਕਿ ਇਹਨਾਂ ਨੂੰ ਬ੍ਰਹਮਾ ਕਿਉਂ ਕਹਿੰਦੇ ਨੇ। ਸਾਰੀ ਦੁਨੀਆ ਨੂੰ ਵਿਖਾਉਣ ਦੇ ਲਈ ਇਹ ਚਿੱਤਰ ਬਣਾਏ ਨੇ। ਅਸੀਂ ਸਮਝਾ ਸਕਦੇ ਹਾਂ, ਸਮਝਣ ਵਾਲੇ ਹੀ ਸਮਝਣਗੇ। ਨਹੀਂ ਸਮਝਣ ਵਾਲਿਆਂ ਦੇ ਲਈ ਕਹਾਂਗੇ ਇਹ ਸਾਡੇ ਕੁਲ ਦਾ ਹੈ ਹੀ ਨਹੀਂ। ਵਿਚਾਰਾ ਭਾਵੇਂ ਉੱਥੇ ਆਵੇਗਾ, ਪਰੰਤੂ ਪ੍ਰਜਾ ਦੇ ਵਿੱਚ ਸਾਡੇ ਲਈ ਤਾਂ ਸਭ ਵਿਚਾਰੇ ਨੇ ਨਾ। ਗਰੀਬ ਨੂੰ ਵਿਚਾਰਾ ਕਿਹਾ ਜਾਂਦਾ ਹੈ। ਕਿੰਨੇ ਪੁਆਇੰਟਸ ਬੱਚਿਆਂ ਨੇ ਧਾਰਨ ਕਰਨੇ ਨੇ। ਭਾਸ਼ਣ ਕਰਨਾ ਹੁੰਦਾ ਹੈ ਟੌਪਿਕਸ ਤੇ। ਇਹ ਟੌਪਿਕ ਕੋਈ ਘੱਟ ਹੈ ਕਿ ਪ੍ਰਜਾਪਿਤਾ ਬ੍ਰਹਮਾ ਸਰਸਵਤੀ 4 ਬਾਹਾਂ ਵਿਖਾਉਂਦੇ ਨੇ। 2 ਬਾਹਾਂ ਬੇਟੀ ਦੀਆਂ ਹੋ ਜਾਂਦੀਆਂ ਨੇ। ਯੁਗਲ ਤਾਂ ਹੈ ਨਹੀਂ। ਯੁਗਲ ਤਾਂ ਅਸਲ ਵਿੱਚ ਵਿਸ਼ਨੂੰ ਨੂੰ ਹੀ ਹੈ। ਬ੍ਰਹਮਾ ਦੀ ਬੇਟੀ ਹੈ ਸਰਸਵਤੀ। ਸ਼ੰਕਰ ਨੂੰ ਵੀ ਯੁਗਲ ਨਹੀਂ ਹੈ। ਇਸ ਕਾਰਨ ਸ਼ਿਵ ਸ਼ੰਕਰ ਕਹਿ ਦਿੰਦੇ। ਹੁਣ ਸ਼ੰਕਰ ਕੀ ਕਰਦੇ? ਵਿਨਾਸ਼ ਤਾਂ ਆਟੋਮੈਟਿਕਲੀ ਬੌਮਸ ਨਾਲ ਹੁੰਦਾ ਹੈ। ਬਾਪ ਕਿਵੇਂ ਬੈਠ ਬੱਚਿਆਂ ਦਾ ਮੌਤ ਕਰਵਾਣਗੇ? ਇਹ ਤਾਂ ਪਾਪ ਹੋ ਜਾਵੇ। ਬਾਪ ਤਾਂ ਹੋਰ ਹੀ ਬੱਚਿਆਂ ਨੂੰ ਸ਼ਾਂਤੀ ਧਾਮ ਲੈ ਜਾਂਦੇ ਨੇ। ਬਿਗਰ ਮਿਹਨਤ ਹਿਸਾਬ ਕਿਤਾਬ ਚੁੱਕ ਕਰ ਸਭ ਆਪਣੇ ਘਰ ਚਲੇ ਜਾਂਦੇ ਨੇ, ਕਿਉਂਕਿ ਕਿਆਮਤ ਦਾ ਸਮਾਂ ਹੈ। ਬਾਪ ਆਂਦੇ ਨੇ ਸਰਵਿਸ ਤੇ ਸਭ ਨੂੰ ਸਦਗਤੀ ਦੇ ਦਿੰਦੇ ਨੇ। ਤੁਸੀਂ ਵੀ ਪਹਿਲੇ ਗਤੀ ਵਿੱਚ ਫਿਰ ਸਦਗਤੀ ਵਿੱਚ ਆਓਗੇ। ਇਹ ਗੱਲਾਂ ਸਮਝਣ ਦੀਆਂ ਨੇ। ਇਹਨਾਂ ਗੱਲਾਂ ਵਿੱਚ ਜ਼ਰਾ ਵੀ ਕੋਈ ਨਹੀਂ ਜਾਣਦੇ। ਤੁਸੀਂ ਵੇਖਦੇ ਹੋ ਕਈ ਤਾਂ ਬਹੁਤ ਮੱਥਾ ਖਪਾਉਂਦੇ ਨੇ, ਬਿਲਕੁਲ ਵੀ ਸਮਝਦੇ ਨਹੀਂ। ਜੋ ਚੰਗਾ ਸਮਝਣ ਵਾਲੇ ਹੋਣਗੇ ਉਹ ਆ ਕੇ ਫਟ ਸਮਝਣਗੇ। ਬੋਲੋ, ਇੱਕ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਸਮਾਂ ਦਿਓ। ਇੱਥੇ ਤਾਂ ਸਿਰਫ ਸਾਨੂੰ ਹੁਕਮ ਮਿਲਿਆ ਹੈ ਕਿ ਸਭ ਨੂੰ ਬਾਪ ਦਾ ਪਰਿਚੈ ਦਿਓ। ਇਹ ਹੈ ਕੰਡਿਆਂ ਦਾ ਜੰਗਲ, ਕਿਉਂਕਿ ਸਭ ਇੱਕ ਦੂਜੇ ਨੂੰ ਦੁੱਖ ਦਿੰਦੇ ਰਹਿੰਦੇ ਨੇ। ਇਸ ਨੂੰ ਦੁੱਖ ਧਾਮ ਕਿਹਾ ਜਾਂਦਾ ਹੈ। ਸਤਜੁਗ ਹੈ ਸੁਖ ਧਾਮ। ਦੁੱਖ ਧਾਮ ਤੋਂ ਸੁਖ ਧਾਮ ਕਿਵੇਂ ਬਣਦਾ ਹੈ ਇਹ ਤੁਹਾਨੂੰ ਸਮਝਾਈਏ। ਲక్ష్ਮੀ ਨਾਰਾਇਣ ਸੁਖ ਧਾਮ ਵਿੱਚ ਨੇ। ਫਿਰ ਇਹ 84 ਜਨਮ ਲੈ ਦੁੱਖ ਧਾਮ ਵਿੱਚ ਆਉਂਦੇ ਨੇ। ਇਹ ਬ੍ਰਹਮਾ ਦਾ ਨਾਮ ਵੀ ਕਿਵੇਂ ਰੱਖਿਆ? ਬਾਪ ਕਹਿੰਦੇ ਨੇ ਮੈਂ ਇਸ ਵਿੱਚ ਪ੍ਰਵੇਸ਼ ਕਰ ਬੇਖਤ ਦਾ ਸੰਨਿਆਸ ਕਰਾਉਂਦਾ ਹਾਂ। ਪੱਟ ਨਾਲ ਸੰਨਿਆਸ ਕਰਵਾ ਦਿੰਦੇ ਨੇ, ਕਿਉਂਕਿ ਬਾਪ ਨੇ ਸਰਵਿਸ ਕਰਾਉਣੀ ਹੈ ਨਾ, ਉਹ ਹੀ ਕਰਵਾਉਂਦੇ ਨੇ। ਇਹਨਾਂ ਦੇ ਪਿਛਾੜੀ ਬਹੁਤ ਨਿਕਲੇ ਜਿਨ੍ਹਾਂ ਦਾ ਨਾਂ ਬੈਠ ਕੇ ਰੱਖਿਆ। ਉਹ ਲੋਕ ਫਿਰ ਬਿੱਲੀ ਦੇ ਪੂੰਗਰੇ ਬੈਠ ਵਿਖਾਉਂਦੇ ਨੇ। ਇਹ ਸਭ ਨੇ ਦੰਤ ਕਥਾਵਾਂ। ਬਿੱਲੀ ਦੇ ਪੂੰਗਰੇ ਹੋ ਕਿਵੇਂ ਸਕਦੇ ਨੇ? ਬਿੱਲੀ ਥੋੜੀ ਨਾ ਬੈਠ ਕੇ ਗਿਆਨ ਸੁਣੇਗੀ। ਬਾਬਾ ਯੁਕਤੀਆਂ ਬਹੁਤ ਦੱਸਦੇ ਰਹਿੰਦੇ ਨੇ। ਕੋਈ ਗੱਲ ਕਿਸੇ ਨੂੰ ਸਮਝ ਨਾ ਆਵੇ ਉਸ ਨੂੰ ਬੋਲੋ। ਜਦੋਂ ਤੱਕ ਅਲਫ ਨੂੰ ਨਹੀਂ ਸਮਝਿਆ ਹੋਰ ਕੁਝ ਵੀ ਸਮਝ ਨਹੀਂ ਸਕੋਗੇ। ਇੱਕ ਗੱਲ ਨਿਸ਼ਚੈ ਕਰੋ, ਲਿਖੋ, ਨਹੀਂ ਤਾਂ ਭੁੱਲ ਜਾਓਗੇ। ਮਾਇਆ ਭੁਲਾ ਦੇਵੇਗੀ। ਮੂਲ ਗੱਲ ਹੈ ਬਾਪ ਦੇ ਪਰਿਚੈ ਦੀ। ਸਾਡਾ ਬਾਪ ਸੁਪਰੀਮ ਟੀਚਰ ਹੈ, ਜੋ ਸਾਰੇ ਵਿਸ਼ਵ ਦੇ ਆਦਿ ਅੰਤ ਦਾ ਰਾਜ ਸਮਝਾਉਂਦੇ ਨੇ, ਜਿਸ ਦਾ ਕਿਸੇ ਨੂੰ ਪਤਾ ਨਹੀਂ ਹੈ। ਇਸ ਨੂੰ ਸਮਝਣ ਲਈ ਸਮਾਂ ਚਾਹੀਦਾ ਹੈ। ਜਦੋਂ ਤੱਕ ਬਾਪ ਨੂੰ ਨਹੀਂ ਸਮਝਿਆ ਉਦੋਂ ਤੱਕ ਪ੍ਰਸ਼ਨ ਉੱਠਦੇ ਹੀ ਜਾਣਗੇ। ਅਲਫ ਨਹੀਂ ਸਮਝਿਆ ਬੇਕੁਝ ਨਹੀਂ ਸਮਝਣਗੇ। ਮੁਫਤ ਸੰਸ਼ੈ ਕਰਦੇ ਰਹਿਣਗੇ। ਐਵੇਂ ਕਿਉਂ? ਸ਼ਾਸਤਰ ਵਿੱਚ ਤਾਂ ਐਵੇਂ ਕਹਿੰਦੇ ਨੇ। ਇਸ ਲਈ ਪਹਿਲੇ ਸਭ ਨੂੰ ਬਾਪ ਦਾ ਪਰਿਚੈ ਦਿਓ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ ਕਰਮ ਅਕਰਮ ਵਿਕਰਮ ਦੀ ਗੁਪਤ ਗਤੀ ਨੂੰ ਬੁੱਧੀ ਵਿੱਚ ਰੱਖ।
ਕੋਈ ਵੀ ਵਿਕਰਮ ਨਹੀਂ ਕਰਨੇ ਨੇ। ਗਿਆਨ ਤੇ ਯੋਗ ਦੀ ਧਾਰਨਾ ਕਰਕੇ ਦੂਜਿਆਂ ਨੂੰ ਸੁਣਾਉਣਾ ਹੈ। ਦੂਜਾ, ਸੱਤ ਬਾਪ ਦੀ ਸੱਤ ਨੌਲੇਜ ਦੇ ਕੇ ਮਨੁੱਖਾਂ ਨੂੰ ਦੇਵਤਾ ਬਣਾਉਣ ਦੀ ਸੇਵਾ ਕਰਨੀ ਹੈ। ਵਿਕਾਰਾਂ ਦੀ ਦਲਦਲ ਵਿੱਚੋਂ ਸਭ ਨੂੰ ਕੱਢਣਾ ਹੈ। ਵਰਦਾਨ ਹੈ, ਆਪਣੀ ਪਾਵਰਫੁਲ ਸਥਿਤੀ ਦੁਆਰਾ ਮਨਸਾ ਸੇਵਾ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ स्व अभ्यासी भव। अपनी पावरफुल स्थिति द्वारा मनसा सेवा का सर्टिफिकेट प्राप्त करने वाले स्व अभ्यासी भव। विश्व नूं लाइट ते माइट देण दा वरदान देण लई अमृत वेले याद अपने अभ्यास द्वारा पावरफुल वायुमंडल बनाओ। मनसा सेवा का सर्टिफिकेट प्राप्त हो जाएगा। लास्ट समय मनसा द्वारा ही नज़र नाल निहाल करन दी, अपनी वृत्ति नाल उन्हां दी वृत्तियां नूं बदलण दी सेवा करनी है। अपनी श्रेष्ठ समृद्धि नाल सब नूं समर्थ बनाउणा है। जदों अजिहा लाइट माइट देण दा अभ्यास होवेगा तां निर्विघन वायुमंडल बनेगा ते एक किला भी मजबूत हो जाएगा। स्लोगन है, समझदार ओ है जो मनसा वाचा कर्मना तीनों सेवा नाल नाल करदे ने। समझदार ओ है जो मनसा वाचा कर्मना तीनों सेवावां नाल नाल करते ने। अच्छा, ओम शांति।